हाँ जी, बहुत-बहुत ਸਵਾਗਤ ਹੈ ਤੁਹਾਡੇ ਆਪਣੇ ਦਵਾਬ ਅਕੈਡਮੀ ਦੇ YouTube ਚੈਨਲ ਤੇ। ਤਾਂ ਲਾਸਟ ਜੋ ਲੈਕਚਰਸ ਨੇ ਆਪਣੇ ਉਹਨਾਂ ਵਿੱਚ ਆਪਾਂ ਜੋ ਆਪਣੇ ਬੇਸਿਕ ਇਲੈਕਟ੍ਰੀਕਲ ਦੇ MCQs ਨੇ ਉਹ ਆਪਾਂ ਕਵਰ ਕਰ ਚੁੱਕੇ ਹਾਂ। ਤਾਂ ਹੁਣ ਤੋਂ ਆਪਣਾ ਇੱਕ ਨਵਾਂ ਚੈਪਟਰ ਸਟਾਰਟ ਹੋ ਰਿਹਾ ਹੈ ਜੋ ਕਿ ਹੈ AC ਸਰਕਿਟਸ। ਤਾਂ ਤਾਂ ਜੋ ਵੀ ਆਪਣੀ ਨੈਕਸਟ ਵੀਡੀਓਜ਼ ਆਉਣਗੀਆਂ ਉਹਦੇ ਵਿੱਚ ਆਪਾਂ AC ਸਰਕਿਟਸ ਦੇ ਜੋ ਨੂਮੈਰੀਕਲਸ ਹੋਣਗੇ ਜਾਂ ਜੋ MCQs ਹੋਣਗੇ ਉਹ ਆਪਾਂ ਡਿਸਕਸ ਕਰਾਂਗੇ ਤੇ ਨਾਲ ਹੀ ਜੋ ਵੀ ਜਿੰਨੇ ਵੀ ਕਨਸੈਪਟਸ ਹੋਣਗੇ ਆਪਣੇ AC ਸਰਕਿਟ ਦੇ ਉਹ ਕਨਸੈਪਟ ਵੀ ਕਲੀਅਰ ਕਰਨ ਦਾ ਟਰਾਈ ਕਰਾਂਗੇ। ਤਾਂ ਸਟਾਰਟ ਆਪਾਂ ਕਰਦੇ ਹਾਂ ਫਸਟ ਕੁਐਸਚਨ ਤੋਂ। ਤਾਂ ਕੁਐਸਚਨ ਹੈ ਆਪਣਾ AC ਸਿਗਨਲ ਵਿੱਚ ਫਾਰਮ ਫੈਕਟਰ ਦਾ ਮੁੱਲ ਹੁੰਦਾ ਹੈ। ਤਾਂ ਆਪਸ਼ਨਸ ਨੇ ਆਪਣੇ ਕੋਲ 0.11 3.11 2.11 ਜਾਂ 1.11। ਤਾਂ ਇੱਥੇ ਉਹਨਾਂ ਨੇ ਕੀ ਪੁੱਛਿਆ ਫਾਰਮ ਫੈਕਟਰ ਤਾਂ AC ਸਿਗਨਲ ਦਾ ਫਾਰਮ ਫੈਕਟਰ ਕਿੰਨਾ ਹੁੰਦਾ ਤਾਂ ਉਹ ਹੋਏਗਾ 1.11। ਠੀਕ ਹੈ, ਡੀ ਆਪਸ਼ਨ ਰਾਈਟ ਹੈ। ਤਾਂ ਜੋ ਫਾਰਮ ਫੈਕਟਰ ਦੇਖੋ ਆਪਣੇ ਕੋਲ ਹੁੰਦਾ ਉਹ ਕੀ ਹੁੰਦਾ ਰੇਸ਼ੋ ਜਾਂ ਇਹਨੂੰ ਆਪਾਂ ਕਹਿ ਸਕਦੇ ਹਾਂ ਅਨੁਪਾਤ ਹੈ ਕਿਸ ਦਾ RMS ਵੈਲਿਊ ਦਾ RMS ਬਟਾ ਐਵਰੇਜ ਵੈਲਿਊ ਦਾ। ਤਾਂ ਜੋ ਆਪਣਾ ਫਾਰਮ ਫੈਕਟਰ ਹੁੰਦਾ ਹੈ ਉਹ RMS ਤੇ ਐਵਰੇਜ ਵੈਲਿਊ ਦਾ ਅਨੁਪਾਤ ਹੁੰਦਾ ਹੈ। ਤਾਂ ਇਹ ਜੋ ਫਾਰਮ ਫੈਕਟਰ ਹੋਏਗਾ ਇਹ ਵੱਖਰੀਆਂ ਵੱਖਰੀਆਂ ਵੇਵਸ ਦਾ ਵੱਖਰਾ ਵੱਖਰਾ ਹੋਏਗਾ। ਜਿਵੇਂ ਆਪਣੇ ਕੋਲ ਸਾਈਨ ਵੇਵ ਹੈ ਤਾਂ ਸਾਈਨ ਵੇਵ ਦਾ ਜੋ ਆਪਣੇ ਕੋਲ ਫਾਰਮ ਫੈਕਟਰ ਹੁੰਦਾ ਉਹ ਹੁੰਦਾ 1.11। ਠੀਕ ਹੈ, ਫਿਰ ਆਪਣੇ ਕੋਲ ਆ ਜਾਂਦੀ ਟ੍ਰਾਇੰਗੂਲਰ ਵੇਵ। ਠੀਕ ਹੈ, ਟ੍ਰਾਇੰਗੂਲਰ ਵੇਵ ਦੀ ਸ਼ੇਪ ਕੁਝ ਇਸ ਤਰ੍ਹਾਂ ਦੀ ਹੁੰਦੀ ਹੈ। ਠੀਕ ਹੈ, ਤਾਂ ਇਹਦਾ ਜੋ ਫਾਰਮ ਫੈਕਟਰ ਹੋਏਗਾ ਉਹ ਹੋਏਗਾ 1.154। ਠੀਕ ਹੈ, ਤਾਂ ਇਹ ਤੁਸੀਂ ਯਾਦ ਰੱਖਣਾ ਹੈ। ਫਿਰ ਆਪਣੇ ਕੋਲ ਇੱਕ ਆ ਜਾਂਦੀ ਹੈ ਸਕੇਅਰ ਵੇਵ ਜਿਹਦੀ ਸ਼ੇਪ ਕੁਝ ਇਸ ਤਰ੍ਹਾਂ ਦੀ ਹੁੰਦੀ ਹੈ। ਠੀਕ ਹੈ, ਤਾਂ ਇਹਦਾ ਜੋ ਫਾਰਮ ਫੈਕਟਰ ਆਪਣੇ ਕੋਲ ਹੋਏਗਾ ਉਹ ਹੋਏਗਾ 1। ਫਾਰਮ ਫੈਕਟਰ ਦਾ ਕਿੰਨਾ ਹੁੰਦਾ 1 ਹੁੰਦਾ ਹੈ। ਤਾਂ ਇਹਦੀ RMS ਵੈਲਿਊ ਵੀ ਕਿੰਨੀ ਹੁੰਦੀ ਹੈ 1 ਹੁੰਦੀ ਹੈ। ਠੀਕ ਹੈ, ਜੋ ਆਪਣੀ ਸਕੁਅਰ ਵੇਵ ਹੈ ਉਹਦਾ ਫਾਰਮ ਫੈਕਟਰ ਤੇ RMS ਵੈਲਿਊ ਦੋਨੋਂ ਸੇਮ ਹੁੰਦੀਆਂ ਨੇ। ਠੀਕ ਹੈ, ਦੋਨੋਂ 1 ਹੁੰਦੀਆਂ ਨੇ। ਤਾਂ ਕੁਐਸਚਨ ਤੁਹਾਡੇ ਕੋਲ ਪੁੱਛ ਸਕਦੇ ਆ ਕਿ ਕਿਹੜੀ ਵੇਵ ਦੀ RMS ਵੈਲਿਊ ਤੇ ਫਾਰਮ ਫੈਕਟਰ ਦੋਨੋਂ ਸੇਮ ਹੁੰਦੇ ਨੇ ਤਾਂ ਉਹ ਹੈ ਆਪਣਾ ਸਕੁਅਰ ਵੇਵ। ਨੈਕਸਟ ਹੈ ਆਪਣਾ ਇਹਨਾਂ ਵਿੱਚੋਂ ਕਿਹੜਾ RL ਸਰਕਿਟ ਲਈ ਗਲਤ ਕਥਨ ਹੈ। ਤਾਂ ਇਹਨਾਂ ਵਿੱਚੋਂ ਕਿਹੜਾ RL ਸਰਕਿਟ ਹੁਣ RL ਸਰਕਿਟ ਕੀ ਹੁੰਦਾ ਕਿ ਜਿਸ ਸਰਕਿਟ ਵਿੱਚ ਆਪਣੇ ਕੋਲ ਰੈਜ਼ਿਸਟਰ ਵੀ ਹੋਵੇ ਤੇ ਨਾਲ ਇੰਡਕਟਰ ਵੀ ਹੋਵੇ। ਠੀਕ ਹੈ, ਜਿਸ ਸਰਕਿਟ ਵਿੱਚ ਆਪਣੇ ਕੋਲ ਰੈਜ਼ਿਸਟਰ ਵੀ ਹੋਵੇ ਤੇ ਨਾਲ ਇੰਡਕਟਰ ਵੀ ਹੋਵੇ ਉਹ ਹੁੰਦਾ ਆਪਣਾ RL ਸਰਕਿਟ। ਤਾਂ ਇਹਨਾਂ ਵਿੱਚੋਂ ਕਿਹੜਾ RL ਸਰਕਿਟ ਲਈ ਗਲਤ ਕਥਨ ਹੈ। ਤਾਂ ਰੋਂਗ ਸਟੇਟਮੈਂਟ ਆਪਾਂ ਦੇਖਣੀ ਹੈ ਕਿਹੜੀ ਹੈ। ਆਪਸ਼ਨਸ ਨੇ ਆਪਣੇ ਕੋਲ ਇੰਡਕਟਰ ਦੀ ਵੋਲਟੇਜ ਅੱਗੇ ਹੋਵੇਗੀ, ਪਾਵਰ ਫੈਕਟਰ 0 ਨਹੀਂ ਹੋਵੇਗਾ, ਇੰਡਕਟਰ ਦੀ ਵੋਲਟੇਜ ਕਰੰਟ ਤੋਂ ਪਿੱਛੇ ਹੋਵੇਗੀ ਜਾਂ ਇਹ ਸਾਰੇ ਕਥਨ ਗਲਤ ਹਨ। ਤਾਂ ਇਹਦਾ ਰਾਈਟ ਆਨਸਰ ਹੋਏਗਾ ਇੰਡਕਟਰ ਦੀ ਵੋਲਟੇਜ ਕਰੰਟ ਤੋਂ ਪਿੱਛੇ ਹੋਏਗੀ। ਠੀਕ ਹੈ, ਬੇਸਿਕਲੀ ਇਹ ਰੋਂਗ ਸਟੇਟਮੈਂਟ ਹੈ। ਤਾਂ ਦੇਖੋ ਜੋ ਆਪਣੇ ਕੋਲ RL ਸਰਕਿਟ ਹੁੰਦਾ ਹੈ ਫਸਟ ਆਪਸ਼ਨ ਪੜੋ ਇੰਡਕਟਰ ਦੀ ਵੋਲਟੇਜ ਅੱਗੇ ਹੋਏਗੀ ਤਾਂ ਰਾਈਟ ਹੈ। ਜਦੋਂ ਆਪਾਂ ਇੰਡਕਟਰ ਦੀ ਗੱਲ ਕਰੀਏ ਤਾਂ ਇੰਡਕਟਰ ਵਿੱਚ ਕੀ ਹੁੰਦਾ ਆਪਣੇ ਕੋਲ ਇੰਡਕਟਰ ਵਿੱਚ ਆਪਣਾ ਕਰੰਟ ਲੈ ਕਰਦਾ ਹੈ ਵੋਲਟੇਜ ਤੋਂ। ਠੀਕ ਹੈ, यानी कि वोल्टेज अपनी की करेगी लीड करेगी, यानी कि वोल्टेज अपनी ਅੱਗੇ ਹੋਏਗੀ। ਠੀਕ ਹੈ, ਜਿੱਧਰ ਆਪਣਾ ਕਰੰਟ ਹੈ ਤਾਂ ਜੇ ਆਪਣੇ ਕੋਲ ਪਿਓਰ ਇੰਡਕਟਰ ਹੋਵੇ ਤਾਂ ਉੱਥੇ ਆਪਣੀ ਵੋਲਟੇਜ ਕੀ ਕਰਦੀ ਹੈ 90 ਡਿਗਰੀ ਲੀਡ ਕਰਦੀ ਹੈ। ਠੀਕ ਹੈ, ਕਰੰਟ ਤੋਂ। ਦੂਸਰਾ ਪਾਵਰ ਫੈਕਟਰ 0 ਨਹੀਂ ਹੋਵੇਗਾ ਤਾਂ ਇਹ ਵੀ ਸਟੇਟਮੈਂਟ ਰਾਈਟ ਹੈ। ਦੇਖੋ ਉਹਨਾਂ ਨੇ RL ਸਰਕਿਟ ਬਾਰੇ ਪੁੱਛਿਆ RL ਸਰਕਿਟ ਕੀ ਹੁੰਦਾ RL ਸਰਕਿਟ ਜਿੰਦੇ ਵਿੱਚ ਆਪਣੇ ਕੋਲ ਰੈਜ਼ਿਸਟਰ ਵੀ ਹੁੰਦਾ
ਤੇ ਨਾਲ ਇੰਡਕਟਰ ਵੀ ਹੁੰਦਾ। ਠੀਕ ਹੈ, ਸਰਕਟ ਵਿੱਚ ਆਪਣੇ ਕੋਲ ਰੈਜ਼ਿਸਟਰ ਦਾ ਪ੍ਰਭਾਵ ਵੀ ਪੈਂਦਾ ਤੇ ਨਾਲ ਇੰਡਕਟਰ ਦਾ ਪ੍ਰਭਾਵ ਵੀ ਪੈਂਦਾ ਤਾਂ ਹੁੰਦਾ ਆਪਣਾ ਆਰਐਲ ਸਰਕਟ। ਜੇ ਤੁਹਾਨੂੰ ਪੁੱਛ ਲੈਣ ਕਿ ਸ਼ੁੱਧ ਇੰਡਕਟਿਵ ਸਰਕਟ, ਤਾਂ ਸ਼ੁੱਧ ਇੰਡਕਟਿਵ ਸਰਕਟ ਜੋ ਪਾਵਰ ਫੈਕਟਰ ਆਪਣਾ ਹੁੰਦਾ ਹੈ ਉਹ ਹੁੰਦਾ 0। ਜਾਂ ਪੁੱਛ ਲੈਣ ਸ਼ੁੱਧ ਕੈਪੈਸਿਟਿਵ ਸਰਕਟ, ਤਾਂ ਸ਼ੁੱਧ ਕੈਪੈਸਿਟਿਵ ਸਰਕਟ ਦੇ ਵੀ ਜੋ ਆਪਣਾ ਪਾਵਰ ਫੈਕਟਰ ਹੋਏਗਾ 0 ਹੋਏਗਾ। ਠੀਕ ਹੈ, ਜੇ ਪੁੱਛ ਲੈਣ ਸ਼ੁੱਧ प्रतिरोध सर्किट, तो उत्थे अपना पावर फैक्टर 1 होएगा। देखो शुद्ध इंडक्टिव सर्किट का मतलब है कि सर्किट में सिर्फ अपने को इंडक्टर लग्या होवे, ना ही उत्थे रजिस्टर की कोई वैल्यू होएगी, ना ही उत्थे कोई कैपेसिटेंस का इफैक्ट होएगा कोई, सिर्फ सर्किट में की होएगा अपने को इंडक्टर होएगा। तो उत्थे अपना पावर फैक्टर कितना हो जाता है 0 हो जाता है। पर इत्थे इन्होंने गल किहड़े सर्किट की की है आरएल सर्किट की। तो आरएल सर्किट के देखो इंडक्टर के नाल अपने को इत्थे एक, ठीक है, इंडक्टर के नाल इत्थे अपने को एक रजिस्टर भी होएगा। तो इनके करके जो अपना पावर फैक्टर है वो 0 नहीं होएगा, 0 तो की होएगा ज़्यादा ही होएगा। क्यों? क्योंकि नाल इत्थे अपने को की आ गया एक रजिस्टर आ गया। जे कल्ला इंडक्टर हुंदा तो कल्ला इंडक्टर च पावर फैक्टर अपना 0 हो जाना सी, क्योंकि नाल रजिस्टर आ चुके हैं तो रजिस्टर का अपना करके अपना पावर फैक्टर 0 नहीं होएगा, 0 तो ज़्यादा होएगा। नेक्स्ट है अपना आई बराबर 40 साइन 628 टी है तो फ्रिक्वेंसी पता करो। तो ऑप्शन ने अपने को 100 हर्ट्स, 50 हर्ट्स, 25 हर्ट्स या 75 हर्ट्स। तो इतने उन्होंने की पूछा है फ्रिक्वेंसी पूछी है। तो इतने एक आई की वैल्यू दे रखी है, आई बराबर 40 साइन 628 टी। ठीक है, इतने उन्होंने आई की वैल्यू दे रखी है। तो आप एक आई जो अपनी इंस्टंटेनियस वैल्यू होंगी है वो करते हैं आप आई एम साइन ओमेगा टी। ठीक है, तो इतने जेकर तुम दोनों इक्वेशनस को कंपेयर करोगे तो देखो इतने आई एम अपनी की होंगी है मैक्सिमम वैल्यू, ये अपनी मैक्सिमम वैल्यू, तो इतने 40 भी की अपनी मैक्सिमम वैल्यू। ठीक है, दोनों इक्वेशनस या दोनों आप फॉर्मूलास आप कंपेयर कर रहे हैं तो ये भी अपनी की है मैक्सिमम वैल्यू। दूसरा साइन अपना नाल उवें ही जो इतने टी है, देखो इतने भी टी है तो इतने भी टी है, तो ये दोनों सेम ने। तो बचा कि अपने को ओमेगा। ठीक है, ये अपना ओमेगा, ओमेगा होंगी अपनी एंगुलर फ्रिक्वेंसी। ठीक है, एंगुलर फ्रिक्वेंसी, तो एंगुलर फ्रिक्वेंसी दी जो यूनिट होंगी है अपने को होंगी है रेडियंस पर सैकेंड। तो इस यूनिट भी याद रखनी है रेडियंस पर सैकेंड। तो देखो इतने ओमेगा, तो ओमेगा अपना किन्ना हम 628। ठीक है, आप दोवें देखो दोनों इक्वेशनस को कंपेयर किया है। जो अपना आई एम है, आई एम यानी कि मैक्सिमम वैल्यू वो कितनी दे रखी है 40, फिर साइन नाल उवें है, फिर अपना टी वी नाल उवें है, बचा कि अपना ओमेगा। तो ओमेगा कितना दे रखा 628। ठीक है, तो इतने अपना ओमेगा कितना 628। तो आप एक ओमेगा की वैल्यू करते हैं ओमेगा बराबर 2 पाई एफ। ठीक है, ये ओमेगा की अपने को वैल्यू होंगी है 2 पाई एफ। तो देखो ओमेगा की वैल्यू कितनी रखी 628, तो 628 बराबर 2 पाई एफ। एफ इतने अपनी की होंगी है फ्रिक्वेंसी, पाई इतने अपना की होंगे 22/7। ठीक है, पाई की वैल्यू 22/7। तो इक्वेशन इतने पुट कर दो 628 बराबर 2 इंटू 22/7 नाल अपनी फ्रिक्वेंसी, तो ये हो जाएगा 628 बराबर 44/7। ठीक है, 22 2 नाल मल्टीप्लाई किया तो 44/7 नाल अपनी फ्रिक्वेंसी। तो इतने आप फ्रिक्वेंसी पता कर सकते हैं। ठीक है, तो फ्रिक्वेंसी एफ बराबर ये 44 उधर जाके डिवाइड हो जाएगा तो 7 उधर जाके मल्टीप्लाई हो जाएगा, तो अपने को बचेगा 628 इंटू 7 डिवाइडेड बाय 44। ठीक है,
ਤਾਂ ਇਹਦੀ ਜਦੋਂ ਤੁਸੀਂ ਵੈਲਿਊ ਕੱਢੋਗੇ ਤਾਂ ਆਪਣੇ ਕੋਲ ਆਏਗੀ 99.90, ਠੀਕ ਹੈ, ਜੋ ਕਿ 100 ਦੇ ਲਗਭਗ ਬਰਾਬਰ ਹੈ। ਤਾਂ ਇਹਦਾ ਆਂਸਰ ਆ ਜਾਏਗਾ 100 ਹਰਟਜ਼, ਠੀਕ ਹੈ, 100 ਹਰਟਜ਼। ਤਾਂ ਇਹ ਤੁਸੀਂ ਸਾਰਾ ਕੈਲਕੂਲੇਸ਼ਨ ਇੱਕ ਵਾਰੀ ਦੁਬਾਰਾ ਤੋਂ ਦੇਖ ਲਿਓ। ਨੈਕਸਟ ਹੈ ਆਪਣਾ ਸ਼ੁੱਧ ਇੰਡਕਟਿਵ ਸਰਕਟ ਵਿੱਚ ਕਰੰਟ ਕਦੋਂ ਅਧਿਕਤਮ ਹੋਵੇਗਾ, ਠੀਕ ਹੈ। ਉਹਨਾਂ ਨੇ ਪੁੱਛਿਆ ਕਿ ਇੰਡਕਟਿਵ ਸਰਕਟ ਹੈ, ਦੇਖੋ ਸ਼ੁੱਧ ਇੰਡਕਟਿਵ ਸਰਕਟ ਕਿਹੜਾ ਹੁੰਦਾ ਹੈ ਜਿੰਦੇ ਵਿੱਚ ਸਿਰਫ ਆਪਣਾ ਇੰਡਕਟਰ ਦਾ ਆਪਣੇ ਕੋਲ ਪ੍ਰਭਾਵ ਹੁੰਦਾ ਹੈ, ਨਾ ਹੀ ਉੱਥੇ ਕੋਈ ਕੈਪੈਸਿਟਰ ਹੁੰਦਾ, ਨਾ ਹੀ ਉੱਥੇ ਕੋਈ ਰੈਜ਼ਿਸਟਰ ਹੁੰਦਾ ਹੈ। ਤਾਂ ਸ਼ੁੱਧ ਇੰਡਕਟਿਵ ਸਰਕਟ ਵਿੱਚ ਕਰੰਟ ਕਦੋਂ ਅਧਿਕਤਮ ਹੋਏਗਾ, ਯਾਨੀ ਕਿ ਕਰੰਟ ਦੀ ਵੈਲਿਊ ਕਦੋਂ ਮੈਕਸਿਮਮ ਹੋਏਗੀ। ਤਾਂ ਆਪਸ਼ਨਸ ਨੇ ਆਪਣੇ ਕੋਲ, ਜਦੋਂ ਦਿੱਤੀ ਗਈ ਵੋਲਟੇਜ ਅਧਿਕਤਮ ਹੋਏਗੀ, ਜਦੋਂ ਦਿੱਤੀ ਗਈ ਵੋਲਟੇਜ ਅਪਲਾਈ ਕੀਤੀ ਗਈ ਵੋਲਟੇਜ ਤੋਂ ਅੱਧੀ ਹੋਵੇਗੀ, ਜਦੋਂ ਦਿੱਤੀ ਗਈ ਵੋਲਟੇਜ 0 ਹੋਵੇਗੀ, ਜਾਂ ਦਿੱਤੀ ਗਈ ਵੋਲਟੇਜ ਨੈਗੇਟਿਵ ਵਿੱਚ ਅਧਿਕਤਮ ਹੋਵੇਗੀ। ਤਾਂ ਕੁਐਸਚਨ ਦੇਖੋ ਬੜਾ ਇੰਟਰਸਟਿੰਗ ਹੈ। ਉਹਨਾਂ ਨੇ ਪੁੱਛਿਆ ਇੰਡਕਟਿਵ ਸਰਕਟ, ਤਾਂ ਇੰਡਕਟਿਵ ਸਰਕਟ ਵਿੱਚ ਆਪਾਂ ਨੂੰ ਪਤਾ ਕਿ ਵੋਲਟੇਜ ਆਪਣੀ ਲੀਡ ਕਰਦੀ ਹੈ ਤੇ ਕਰੰਟ ਆਪਣਾ ਲੈਗ ਕਰਦਾ ਹੈ, ਠੀਕ ਹੈ। ਵੋਲਟੇਜ ਕਿੰਨੀ ਡਿਗਰੀ ਲੀਡ ਕਰੇਗੀ, 90 ਡਿਗਰੀ। ਤਾਂ ਇੱਥੇ ਜੇਕਰ ਤੁਸੀਂ ਇਹਨਾਂ ਦੋਨਾਂ ਦੀ ਵੇਵ ਫਾਰਮ ਬਣਾਓਗੇ ਤਾਂ ਇੱਧਰ ਆਪਾਂ ਸ਼ੋ ਕਰ ਲੈਂਦੇ ਹਾਂ ਕਰੰਟ, ਠੀਕ ਹੈ, ਥੋੜਾ ਡਿਫਰੈਂਟ ਪੈਨ ਨਾਲ ਸ਼ੋ ਕਰ ਲੈਂਦੇ ਹਾਂ। तो ये अपनी करंट की वेव फॉर्म होगी, ठीक है, ये अपना हो गया करंट। तो इन्हें तो आप 90 डिग्री लीड करता दिखाना है वोल्टेज, यानी कि इन्हें तो 90 डिग्री अगे की होएगी, वोल्टेज होएगी। तो इतों 90 डिग्री अगे अपनी वोल्टेज, ठीक है, ये 90 डिग्री अपनी अगे वोल्टेज होएगी। तो ये अपनी वोल्टेज। तो देखो उन्होंने पूछा कि शुद्ध इंडक्टिव सर्किट विच हुण अपना इंडक्टिव सर्किट है जिथे अपना करंट लैग कर रहा है तो वोल्टेज अपनी लीड कर रही है। तो शुद्ध इंडक्टिव सर्किट विच करंट कदों अधिकतम होवेगा, अधिकतम यानी कि मैक्सिमम वैल्यू या पीक वैल्यू कित्थे आएगी करंट दी। तो देखो ये अपनी करंट दी पीक वैल्यू है, ठीक है, ये अपनी करंट दी पीक वैल्यू है। कितने डिग्री ते आ रही है, कितने डिग्री ते आ रही है, इधर 90 डिग्री ते, ठीक है। देखो करंट की जो पीक वैल्यू है उन्होंने पूछा ना करंट की अधिकतम, अधिकतम यानी कि मैक्सिमम वैल्यू। तो मैक्सिमम वैल्यू देखो करंट की कितने आ रही है, 90 डिग्री ते आ रही है। तो 90 डिग्री से देखो वोल्टेज की वैल्यू कितनी है, 90 डिग्री ते वोल्टेज की वैल्यू कितनी है, 0 है। ध्यान नाल देखो इत्थे करंट की जो मैक्सिमम वैल्यू है वो 90 डिग्री ते आ रही है, तो 90 डिग्री ते देखो जो वोल्टेज की वैल्यू है वो कितनी है, 0 है, ठीक है। यानी कि करंट कदों अधिकतम होगा, जो दी गई वोल्टेज अपनी 0 होएगी, ठीक है। तो ऑप्शन नंबर सी। तो ये अपने को अपनी वेव फॉर्म च देखो कि करंट अपना कदों मैक्सिमम है, जो अपनी वोल्टेज घट तो घट है यानी कि 0 है। दूसरे पासे वोल्टेज कदों मैक्सिमम होएगी, देखो वोल्टेज अपनी मैक्सिमम कितने है, इतने वोल्टेज मैक्सिमम है। ये ब्लू कलर की अपनी जो है वोल्टेज की वेव फॉर्म है। तो ब्लू कलर की वोल्टेज की वेव फॉर्म देखो कितने मैक्सिमम हो रही है, इस पॉइंट पे, यानी कि अपना की है 90 डिग्री है। तो 90 डिग्री देखो जो करंट की वैल्यू है वो कितनी है, 0 है, ठीक है। तो इतने वोल्टेज कदों मैक्सिमम होएगी, जो करंट 0 होएगा। तो करंट कदों मैक्सिमम होएगा, जो वोल्टेज 0 होएगी। तो उन्होंने पूछा सी कि करंट की अधिकतम वैल्यू, तो जो दी गई वोल्टेज 0 होगी। तो नैक्सट है अपना AC सर्किट विच रिएक्टिव पावर की यूनिट। तो रिएक्टिव पावर ठीक है। तो पिछे आप 3-4 क्वेश्चन कर चुके हैं रिएक्टिव पावर के। तो रिएक्टिव पावर में होर कहते हैं वोटलैस कंपोनेंट, ये नाम याद रखना तुसीं। रिएक्टिव पावर में वोटलैस कंपोनेंट भी कहते हैं। तो रिएक्टिव पावर की यूनिट अपने को होंदी है VAR, ठीक है, वोल्ट एम्पीयर
ਰਿਐਕਟਿਵ ਰਿਐਕਟਿਵ ਜੇ ਤੁਹਾਨੂੰ ਪੁੱਛ ਲੈਣ ਕਿ ਰਿਐਕਟਿਵ ਪਾਵਰ ਦੀ ਪਾਵਰ ਇਕੁਏਸ਼ਨ ਕਿਵੇਂ ਹੋਏਗੀ, ਤਾਂ ਹੋਏਗੀ P ਬਰਾਬਰ √3 VL IL ਸਾइन फाई। ठीक है, फाई इत्थे अपना की होएगा, करंट अते वोल्टेज विचकार फेज अंतर, फेज अंतर तो अपनी 3 फेज ਲਈ होएगी। ठीक है, 3 फेज ਲਈ। तो दूसरे पासे जे पुछ लैन रियल पावर या ट्रू पावर जिन्हों आप लिखते हैं पी नाल। ठीक है, तो इनकी यूनिट की अपने को वाट, तो इनका फॉर्मूला लिखते हैं P बराबर √3 VL IL cos फाई। ठीक है, तो इनते पूछा सी रिएक्टिव पावर, तो रिएक्टिव पावर की यूनिट होएगी VAR। दूसरे पासे वाट की यूनिट है रियल पावर की, रियल पावर। तो VA यानी कि अपना वोल्ट ते एम्पीयर, वोल्ट एम्पीयर। इत्थे अपने को कोई भी कोस ते साइन का कंपोनेंट नहीं हुंदा, ते एक इनकी यूनिट हुंदी अपने को एपरेंट पावर की, एपरेंट पावर। तो एपरेंट पावर में आप लिखते हैं एस नाल। ठीक है, तो इनकी यूनिट की होंदी है VA या वोल्ट एम्पीयर। नैक्सट है अपने को कैपेसिटर विच करंट अप्लाई की वोल्टेज तो लीड करता है। तो कैपेसिटर विच, ठीक है, शुद्ध कैपेसिटर इत्थे पुछ रहे हैं, शुद्ध कैपेसिटर। तो शुद्ध कैपेसिटर विच करंट अप्लाई की वोल्टेज तो कितनी डिग्री लीड करता है। ऑप्शन है अपने को फुल साइकिल, हाफ साइकिल, क्वार्टर साइकिल या 360 डिग्री। ठीक है, तो जेकर तुसी दोबारा तो वेव फॉर्म बनाओगे इत्थे कैपेसिटर की, कैपेसिटर विच करंट और वोल्टेज की, जिवें आपां इंडक्टर विच बनाई सी। इंडक्टर विच अपने को की कर रहा सी, वोल्टेज उत्थे लीड कर रही सी ते करंट अपना लैग कर रहा सी। पर इत्थे की होएगा, कैपेसिटर विच की होएगा, अपना जो करंट है वो लीड करेगा तो वोल्टेज अपनी लैग करेगी। ठीक है, इत्थे मान के चलो ये अपनी वोल्टेज की वेव फॉर्म है, तो 190 डिग्री तो उनकी होएगा अपना करंट होएगा। ठीक है, तो 190 डिग्री तो अपना करंट है। ठीक है, ये अपनी वोल्टेज है, तो ये अपना करंट है। ठीक है, तो इत्थे करंट की कर रहा है, करंट इत्थे अपना लीड कर रहा है। ठीक है, तो कितनी डिग्री लीड कर रहा है, देखो 90 डिग्री। अपन पता है कि कैपेसिटर विच की होंदा, करंट अपना 90 डिग्री लीड करता है। तो फुल साइकिल यानी कि कितना हो जाएगा 360, तो ये रहोगे। हाफ साइकिल यानी कि 180 डिग्री, तो भी रहोगे। क्वार्टर साइकिल मतलब देखो, क्वार्टर साइकिल मतलब 1/4 हिस्सा। तो एक साइकिल कितना होंदा 360 डिग्री, तो इनका चौथा हिस्सा कितना होएगा अपने को 90 डिग्री। तो राइट आंसर होएगा क्वार्टर साइकिल। तो नैक्सट है अपने को शुद्ध इंडक्टिव सर्किट का पावर फैक्टर होंदा है। तो पिछे आप डिस्कस कर चुके हैं कि शुद्ध इंडक्टिव सर्किट का पावर फैक्टर कितना होएगा, 0 होएगा। ठीक है, तो देखो किवें 0 होएगा पावर फैक्टर। इंडक्टिव सर्किट विच की हुंदा है, इंडक्टिव सर्किट, तो इंडक्टिव सर्किट विच की होएगा, वोल्टेज करंट तो 90 डिग्री लीड करेगी। ठीक है, या आप कह सकते हैं वोल्टेज अते करंट विचकार जो अपना फेज अंतर होएगा, फेज अंतर वो कितना होएगा 90 डिग्री होएगा। ठीक है, वोल्टेज ते करंट विचकार फेज अंतर कितना होएगा 90 डिग्री। तो आप जी गल करिए पावर फैक्टर की, पावर फैक्टर, तो आप पावर फैक्टर एक फॉर्मूला करते हैं कोस फाई। ठीक है, तो कोस फाई च देखो जो फाई है ये अपना की होंदा वोल्टेज अते करंट विचकार फेज एंगल। ठीक है, या फेज अंतर, फेज एंगल। तो इत्थे फाई अपना देखो कितना फेज एंगल कितना है
90 डिग्री, क्योंकि ਆਪਾਂ ਕਾਹਦੀ ਗੱਲ ਕਰ ਰਹੇ ਹਾਂ, शुद्ध इंडक्टिव सर्किट की। तो शुद्ध इंडक्टिव सर्किट च की होएगा, वोल्टेज करंट तो लीड करेगी 90 डिग्री, यानी कि इन्होंने दोनों में कितना एंगल हो जाएगा, 90 डिग्री का एंगल हो जाएगा। तो जेकर आप इतने कोस फाई की जगह पर 90 डिग्री पुट करांगे तो कोस 90 डिग्री की वैल्यू कितनी हो जाएगी, 0 हो जाएगी। तो इतने अपना पावर फैक्टर कितना आएगा, 0 आएगा। जेकर दूसरे फॉर्मूले ना समझिए तो एक अपना होर पावर फैक्टर का फॉर्मूला होंदा है R/Z। आर इत्थे अपना की होंदा है, रेजिस्टेंस, तो Z इत्थे अपनी की होएगी, इंपीडेंस होएगी, इंपीडेंस। तो देखो इंडक्टिव सर्किट की उन्होंने क्या, शुद्ध इंडक्टिव सर्किट। तो शुद्ध इंडक्टिव सर्किट च अपन पता सिर्फ की होंदी है, इंडक्टेंस होंदी है, इंडक्टेंस। और तो रेजिस्टेंस की होएगी अपनी, 0 होएगी। ठीक है, इंडक्टिव सर्किट है ना, तो उत्थे रेजिस्टेंस की होएगी, 0 होएगी। कैपेसिटेंस भी की होएगी, 0 होएगी। सिर्फ उत्थे अपने कोल इंडक्टेंस होएगी। तो इधर जेकर आप इंडक्टिव सर्किट की गल करिए तो इतने अपने को रेजिस्टेंस कितनी है, 0। तो जेकर रेजिस्टेंस इतने 0 होगी तो अपना पावर फैक्टर कितना हो जाएगा, 0 हो जाएगा। ठीक है, तो ये दो फॉर्मूले आप कन्फर्म कर सकते हैं कि शुद्ध इंडक्टिव सर्किट में अपना पावर फैक्टर कितना होंदा है, 0 होंदा है। सेम उवें कैपेसिटिव सर्किट में की होएगा, कैपेसिटिव सर्किट में भी अपना जो पावर फैक्टर कितना हो जाएगा, 0 हो जाएगा। ठीक है, अगे चलते हैं। शुद्ध इंडक्टिव सर्किट लई केड़ा कथन सच है। तो इंडक्टिव सर्किट लई केड़ा कथन सच है, तो ऑप्शनस ने अपने को करंट अते वोल्टेज एक फेज विच हुंदे हन, करंट वोल्टेज तो 90 डिग्री पिछे हुंदी है, करंट वोल्टेज तो 90 डिग्री अगे हुंदी है, करंट वोल्टेज तो 240 डिग्री अगे हुंदी है। तो इनका राइट आंसर होएगा कि करंट वोल्टेज तो 90 डिग्री पिछे हुंदी है। ठीक है, ऑप्शन नंबर बी आप डिस्कस कर चुके हैं कि इंडक्टिव सर्किट विच की हुंदा, करंट वोल्टेज तो 90 डिग्री पिछे, या आप कह सकते हैं वोल्टेज करंट तो 90 डिग्री अगे। ठीक है, दोनों सेम चीज़ है। नैक्सट है एसी सर्किट द्वारा कुल प्रतिरोध नूं क्या जांदा है। तो एसी सर्किट का कुल प्रतिरोध, एसी सर्किट का कुल प्रतिरोध नूं की कहने आ, इंपीडेंस कहने आ। ठीक है, इंपीडेंस यानी कि अपना Z। तो जेकर गल करिए डीसी सर्किट की, तो डीसी सर्किट अपने डीसी सर्किट में अपने को की हुंदा, सिर्फ रेजिस्टेंस हुंदा है। ठीक है, जेकर एसी सर्किट की गल करिए तो एसी सर्किट में अपने को इंपीडेंस वर्ड आप यूज़ करते हैं, इंपीडेंस। ठीक है, इंपीडेंस जिन्होंने आप Z ना लिखते हैं। तो इंपीडेंस की यूनिट की होंगी है, ओम्स। जिमें रेजिस्टेंस की यूनिट ओम्स होंगी है, उवें ही इंपीडेंस की यूनिट की होएगी, ओम्स होएगी। नैक्सट है फॉर्म फैक्टर। तो इतने फिर उन्होंने फॉर्म फैक्टर की वैल्यू पूछी है, फॉर्म फैक्टर का फॉर्मूला पूछा है, तो आप कर चुके हैं RMS बटा एवरेज। ठीक है, नैक्सट है अपना एसी द्वारा एक पूरे किते चक्कर विच लए गए समय नूं की कहते हैं। तो एसी सर्किट द्वारा एक पूरे किते चक्कर, ठीक है, एक कंप्लीट साइकिल या एक पूरा किता चक्कर विच लए गए समय नूं की कहते हैं। तो ऑप्शन से अपने को टाइम पीरियड, फ्रिक्वेंसी, एंगुलर वेलोसिटी या टाइम कॉन्सटेंट। तो देखो जो अपना एसी सर्किट, सॉरी अपना एसी सप्लाई अपनी एक कंप्लीट साइकिल करती है। तो एक कंप्लीट साइकिल का मतलब देखो कि ये जिथे अपने को एक पॉजिटिव वैल्यू, एक पॉजिटिव साइकिल होए तो एक इत्थे अपने को नैगेटिव साइकिल होए। ठीक है, जो अपनी एसी सप्लाई एक पॉजिटिव साइकिल तो एक नैगेटिव साइकिल कंप्लीट करती है, उदों अपने को की होंदा है, एक कंप्लीट साइकिल होंदा है। ठीक है, इत्थे अपने को की होएगा, एक कंप्लीट साइकिल। तो देखो जो ये एक पॉजिटिव साइकिल ते नाल एक नैगेटिव साइकिल जो इकट्ठे कंप्लीट होए तो अपना की बनया, एक कंप्लीट साइकिल बनया। ठीक है, एक कंप्लीट साइकिल। तो एक कंप्लीट साइकिल करने लई इन्हें जिन्ना भी टाइम लिया उन्होंने आप की कहांगे, उनका टाइम पीरियड कहांगे। ठीक है,
ਜਦੋਂ ਆਪਣੀ ਸਪਲਾਈ ਇੱਕ ਪੋਜ਼ਿਟਿਵ ਸਾਈਕਲ ਤੇ ਇੱਕ ਨੈਗੇਟਿਵ ਸਾਈਕਲ ਬਣਾਉਂਦੀ ਹੈ ਤਾਂ ਉਹ ਆਪਣਾ ਇੱਕ ਕੰਪਲੀਟ ਸਾਈਕਲ ਬਣ ਜਾਂਦਾ ਹੈ। ਤਾਂ ਜਿੰਨਾ ਟਾਈਮ ਲੱਗਿਆ ਉਹ ਕੰਪਲੀਟ ਸਾਈਕਲ ਦੇ ਬਣਨ ਨੂੰ, ਉਹਨੂੰ ਆਪਾਂ ਕੀ ਕਵਾਂਗੇ, ਉਹਦਾ ਟਾਈਮ ਪੀਰੀਅਡ ਕਵਾਂਗੇ। ਦੂਸਰੇ ਪਾਸੇ ਜੋ ਆਪਣੀ ਫ੍ਰੀਕੁਐਂਸੀ ਹੋਏਗੀ, ਤਾਂ ਫ੍ਰੀਕੁਐਂਸੀ ਦਾ ਮਤਲਬ ਕੀ, ਦੇਖੋ 1 ਸੈਕਿੰਡ ਵਿੱਚ 1 ਸੈਕਿੰਡ ਵਿੱਚ ਏਸੀ ਸਿਗਨਲ ਦੁਆਰਾ ਪੂਰੇ ਕੀਤੇ ਗਏ ਚੱਕਰਾਂ ਦੀ ਗਿਣਤੀ ਨੂੰ ਫ੍ਰੀਕੁਐਂਸੀ ਕਹਿੰਦੇ ਹਨ। ਤਾਂ ਇਹਦਾ ਮਤਲਬ ਸਮਝੋ, ਪਹਿਲਾਂ ਆਪਾਂ ਕੀਤਾ ਇੱਕ ਕੰਪਲੀਟ ਸਾਈਕਲ ਜਦੋਂ ਹੁੰਦਾ ਹੈ, ਉਹ ਕੰਪਲੀਟ ਸਾਈਕਲ ਨੂੰ ਪੂਰਾ ਹੋਣ ਤੇ ਜਿਹੜਾ ਟਾਈਮ ਲੱਗਦਾ ਹੈ ਉਹਨੂੰ ਆਪਾਂ ਕਹਿੰਦੇ ਆ ਟਾਈਮ ਪੀਰੀਅਡ, ਠੀਕ ਹੈ। ਦੂਸਰਾ ਆਪਣਾ ਆ ਗਿਆ ਫ੍ਰੀਕੁਐਂਸੀ। ਦੇਖੋ ਫ੍ਰੀਕੁਐਂਸੀ ਦਾ ਮਤਲਬ ਕੀ ਹੈ ਕਿ 1 ਸੈਕਿੰਡ ਵਿੱਚ ਜਿਹੜਾ ਆਪਣਾ ਇੱਕ ਕੰਪਲੀਟ ਸਾਈਕਲ ਹੈ ਉਹ ਕਿੰਨੀ ਵਾਰੀ ਰਿਪੀਟ ਹੁੰਦਾ ਪਿਆ 1 ਸੈਕਿੰਡ ਵਿੱਚ, ਠੀਕ ਹੈ। 1 ਸੈਕਿੰਡ ਵਿੱਚ 1 ਸੈਕਿੰਡ ਵਿੱਚ ਇਸ ਤਰ੍ਹਾਂ ਦੇ ਕਿੰਨੇ ਚੱਕਰ ਬਣਦੇ ਪਏ ਆ, ਉਹਨੂੰ ਆਪਾਂ ਕੀ ਕਵਾਂਗੇ, ਫ੍ਰੀਕੁਐਂਸੀ ਕਵਾਂਗੇ, ਠੀਕ ਹੈ। 1 ਸੈਕਿੰਡ ਵਿੱਚ ਇਸ ਤਰ੍ਹਾਂ ਦੇ ਆਪਣੇ ਕੋਲ ਕਿੰਨੇ ਕੰਪਲੀਟ ਸਾਈਕਲ ਬਣ ਰਹੇ ਆ, ਉਹ ਆਪਣੀ ਕੀ ਹੋਏਗੀ, ਫ੍ਰੀਕੁਐਂਸੀ ਹੋਏਗੀ। ਐਗਜ਼ਾਮਪਲ ਦੇ ਤੌਰ ਤੇ ਕੋਈ ਆਪਣੀ ਏਸੀ ਸਪਲਾਈ 1 ਸੈਕਿੰਡ ਵਿੱਚ ਇਸ ਤਰ੍ਹਾਂ 50 ਚੱਕਰ ਬਣਾ ਰਹੀ ਹੈ ਤਾਂ ਉਹਦੀ ਫ੍ਰੀਕੁਐਂਸੀ ਕਿੰਨੀ ਹੋਏਗੀ, 50 ਹਰਟਸ ਹੋ ਜਾਏਗੀ, ਠੀਕ ਹੈ। ਫ੍ਰੀਕੁਐਂਸੀ ਕਿੰਨੀ ਹੋ ਜਾਏਗੀ, 50 ਹਰਟਸ। ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਟਾਈਮ ਪੀਰੀਅਡ ਦੀ, ਤਾਂ ਟਾਈਮ ਪੀਰੀਅਡ ਦਾ ਮਤਲਬ ਹੈ ਕਿ ਇੱਕ ਕੰਪਲੀਟ ਸਾਈਕਲ ਨੂੰ ਬਣਨ ਲੱਗਿਆ ਕਿੰਨਾ ਟਾਈਮ ਲੱਗਿਆ ਉੱਥੇ, ਉਹ ਆਪਣਾ ਕੀ ਟਾਈਮ ਪੀਰੀਅਡ ਹੈ, ਠੀਕ ਹੈ। ਇੱਕ ਕੰਪਲੀਟ ਸਾਈਕਲ ਨੂੰ ਪੂਰਾ ਹੋਣ ਲਈ ਜੋ ਟਾਈਮ ਲੱਗਿਆ ਉਹ ਟਾਈਮ ਪੀਰੀਅਡ ਹੈ। ਤਾਂ 1 ਸੈਕਿੰਡ ਵਿੱਚ ਕਿੰਨੇ ਚੱਕਰ ਬਣੇ ਉਹ ਆਪਣੀ ਫ੍ਰੀਕੁਐਂਸੀ ਹੈ। ਤਾਂ ਆਈ ਹੋਪ ਤੁਹਾਨੂੰ ਟਾਈਮ ਪੀਰੀਅਡ ਤੇ ਫ੍ਰੀਕੁਐਂਸੀ ਵਿੱਚ ਸਮਝ ਲੱਗਿਆ ਹੋਏਗਾ। ਤਾਂ ਜੋ ਆਪਣੀ ਫ੍ਰੀਕੁਐਂਸੀ ਹੁੰਦੀ ਹੈ ਉਹ ਇਨਵਰਸਲੀ ਪ੍ਰਪੋਰਸ਼ਨਲ ਹੁੰਦੀ ਹੈ ਆਪਣੇ ਟਾਈਮ ਪੀਰੀਅਡ ਦੇ, ਠੀਕ ਹੈ। ਤਾਂ ਇਹ ਗੱਲ ਤੁਸੀਂ ਯਾਦ ਰੱਖਣੀ। ਨੈਕਸਟ ਹੈ ਵਾਟ ਬਰਾਬਰ VL ਸਾਈਨ ਫਾਈ, VL ਕੋਸ ਫਾਈ, VL ਫਾਈ ਜਾਂ VL ਟੈਨ ਫਾਈ। ਤਾਂ ਵਾਟ ਆਪਾਂ ਕਿਹਦੀ ਯੂਨਿਟ ਕਰਦੇ ਹਾਂ, ਰੀਅਲ ਪਾਵਰ ਦੀ, ਰੀਅਲ ਪਾਵਰ ਜਾਂ ਐਕਟਿਵ ਪਾਵਰ। ਤਾਂ ਐਕਟਿਵ ਪਾਵਰ ਨੂੰ ਆਪਾਂ ਕਿੰਨਾ ਲਿਖਦੇ ਹਾਂ, VL ਕੋਸ ਫਾਈ ਨਾਲ, ਠੀਕ ਹੈ। ਤਾਂ VL ਸਾਈਨ ਫਾਈ ਇਹ ਕਿਸ ਦੀ ਹੈ, ਰਿਐਕਟਿਵ ਪਾਵਰ ਦੀ ਹੈ, ਰਿਐਕਟਿਵ ਪਾਵਰ ਦਾ ਐਕਸਪ੍ਰੈਸ਼ਨ ਹੈ ਰਿਐਕਟਿਵ ਪਾਵਰ, ਠੀਕ ਹੈ, ਜਾਂ VAR। ਤਾਂ ਇੱਥੇ ਉਹਨਾਂ ਨੇ ਵਾਟ ਪੁੱਛਿਆ ਸੀ, ਤਾਂ ਵਾਟ ਆਪਾਂ ਵਾਟ ਦੀ ਆਪਾਂ ਯੂਨਿਟ ਕੀ ਕਰੀਏ, ਵਾਟ ਕਿੰਨੀ ਯੂਨਿਟ ਕਰੀਏ, ਰੀਅਲ ਪਾਵਰ ਦੀ ਯੂਨਿਟ ਕਰੀਏ। ਨੈਕਸਟ ਹੈ ਆਪਣਾ ਕਪੈਸਿਟਿਵ ਰਿਐਕਟੈਂਸ ਘਟਦਾ ਹੈ ਜਦੋਂ ਸਰਕਟ ਵਿੱਚ ਫ੍ਰੀਕੁਐਂਸੀ ਨੂੰ ਡੈਸ਼ ਕੀਤਾ ਜਾਂਦਾ ਹੈ। ਤਾਂ ਕਪੈਸਿਟਿਵ ਰਿਐਕਟੈਂਸ ਕਦੋਂ ਘਟਦਾ ਹੈ, ਜਦੋਂ ਸਰਕਟ ਵਿੱਚ ਫ੍ਰੀਕੁਐਂਸੀ ਨੂੰ ਡੈਸ਼ ਕੀਤਾ ਜਾਂਦਾ ਹੈ। ਆਪਸ਼ਨਸ ਨੇ ਆਪਣੇ ਕੋਲ, ਵਧਾਇਆ ਜਾਂਦਾ ਹੈ, ਘਟਾਇਆ ਜਾਂਦਾ ਹੈ, ਬਰਾਬਰ ਰੱਖਿਆ ਜਾਂਦਾ ਹੈ, ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਕਪੈਸਿਟਿਵ ਰਿਐਕਟੈਂਸ ਜਿਹਨੂੰ ਆਪਾਂ ਲਿਖਦੇ ਹਾਂ ਐਕਸੀਨਲ, ਠੀਕ ਹੈ। ਤਾਂ ਇਹਦੀ ਆਪਣੇ ਕੋਲ ਯੂਨਿਟ ਕੀ ਹੁੰਦੀ ਹੈ, ਯੂਨਿਟ ਹੁੰਦੀ ਹੈ ਆਪਣੇ ਕੋਲ ਇੱਥੇ ਓਮਸ। ਤਾਂ ਆਪਾਂ XC ਦਾ ਫਾਰਮੂਲਾ ਤੁਸੀਂ ਯਾਦ ਰੱਖਣਾ, XC ਬਰਾਬਰ 1/2 ਪਾਈ FC, ਠੀਕ ਹੈ। ਦੂਜੇ ਪਾਸੇ XL ਆਪਣੀ ਕੀ ਹੈ, ਇੰਡਕਟਿਵ ਰਿਐਕਟੈਂਸ ਹੈ, ਇਹਦਾ ਫਾਰਮੂਲਾ 2 ਪਾਈ FL, ਠੀਕ ਹੈ। ਤਾਂ ਇੱਥੇ ਉਹਨਾਂ ਨੇ ਪੁੱਛਿਆ ਕਿ ਕਪੈਸਿਟਿਵ ਰਿਐਕਟੈਂਸ ਕਦੋਂ ਆਪਣੀ ਘੱਟ ਹੋਏਗੀ, ਕਦੋਂ ਘਟੇਗੀ, ਜਦੋਂ ਆਪਾਂ ਫ੍ਰੀਕੁਐਂਸੀ ਨੂੰ ਵਧਾਵਾਂਗੇ, ਠੀਕ ਹੈ। ਕਪੈਸਿਟਿਵ ਰਿਐਕਟੈਂਸ ਕਦੋਂ ਘਟੇਗੀ, ਦੇਖੋ ਜੋ ਆਪਣੀ ਕਪੈਸਿਟਿਵ ਰਿਐਕਟੈਂਸ ਹੈ ਉਹ ਫ੍ਰੀਕੁਐਂਸੀ ਦੀ ਕੀ ਹੈ, ਉਲਟ ਅਨੁਪਾਤੀ ਹੈ। ਤਾਂ ਇਹਦਾ ਮਤਲਬ ਜੇਕਰ ਆਪਾਂ ਫ੍ਰੀਕੁਐਂਸੀ ਵਧਾ ਰਹੇ ਹਾਂ ਤਾਂ ਆਪਣੀ ਕਪੈਸਿਟਿਵ ਰਿਐਕਟੈਂਸ ਕੀ ਹੋਏਗੀ, ਘਟੇਗੀ। ਤਾਂ ਇੱਥੇ ਇਹਨਾਂ ਨੇ ਪੁੱਛਿਆ ਕਿ ਕਦੋਂ ਘਟੇਗੀ, ਜਦੋਂ ਆਪਾਂ ਫ੍ਰੀਕੁਐਂਸੀ ਨੂੰ ਵਧਾਵਾਂਗੇ, ਠੀਕ ਹੈ। ਜੇਕਰ ਆਪਾਂ ਫ੍ਰੀਕੁਐਂਸੀ ਨੂੰ ਘਟਾਵਾਂਗੇ ਤਾਂ ਕਪੈਸਿਟਿਵ ਰਿਐਕਟੈਂਸ ਵਧੇਗੀ, ਤਾਂ ਜੇਕਰ ਆਪਾਂ ਫ੍ਰੀਕੁਐਂਸੀ ਨੂੰ ਵਧਾਵਾਂਗੇ ਤਾਂ ਕਪੈਸਿਟਿਵ ਰਿਐਕਟੈਂਸ ਘਟੇਗੀ। ਤਾਂ ਇੱਥੇ ਇਹਨਾਂ ਨੇ ਪੁੱਛਿਆ ਕਿ ਘਟੇਗੀ ਕਦੋਂ, ਜਦੋਂ ਆਪਾਂ ਫ੍ਰੀਕੁਐਂਸੀ ਨੂੰ ਵਧਾਵਾਂਗੇ, ਠੀਕ ਹੈ। ਤਾਂ ਵਧਾਇਆ ਜਾਂਦਾ ਹੈ। ਦੂਜੇ ਪਾਸੇ ਇੰਡਕਟਿਵ ਰਿਐਕਟੈਂਸ ਬਾਰੇ ਪੁੱਛ ਲੈਣ, ਤਾਂ ਜੇਕਰ ਆਪਾਂ ਫ੍ਰੀਕੁਐਂਸੀ ਨੂੰ ਵਧਾਉਂਦੇ ਹਾਂ ਤਾਂ ਇੰਡਕਟਿਵ ਰਿਐਕਟੈਂਸ ਵੀ ਵੱਧਦੀ ਹੈ, ਤਾਂ ਜੇਕਰ ਆਪਾਂ ਫ੍ਰੀਕੁਐਂਸੀ ਨੂੰ ਘਟਾਉਂਦੇ ਹਾਂ ਤਾਂ ਇੰਡਕਟਿਵ ਰਿਐਕਟੈਂਸ ਵੀ ਘਟਦੀ ਹੈ। ਨੈਕਸਟ ਹੈ AC ਸਪਲਾਈ ਵਿੱਚ ਧਨਾਤਮਕ ਅਤੇ ਰਿਣਾਤਮਕ
ਧਨਾਤਮਕ ਯਾਨੀ ਕਿ ਪੋਜ਼ਿਟਿਵ, ਰਿਣਾਤਮਕ ਯਾਨੀ ਕਿ ਨੈਗੇਟਿਵ। ਚੱਕਰ ਵਿੱਚ ਇੱਕ ਵਾਰ ਸਭ ਤੋਂ ਜ਼ਿਆਦਾ ਪ੍ਰਾਪਤ ਕੀਤੇ ਗਏ ਮੁੱਲ ਨੂੰ ਕੀ ਕਿਹਾ ਜਾਂਦਾ ਹੈ? ਤਾਂ ਆਪਣੇ ਕੋਲ ਕੋਈ ਸਪਲਾਈ ਹੈ, ਏਸੀ ਸਪਲਾਈ, ਜਿਹਦੇ ਵਿੱਚ ਆਪਣੇ ਕੋਲ ਇੱਕ ਪੋਜ਼ਿਟਿਵ ਯਾਨੀ ਕਿ ਧਨਾਤਮਕ ਸਾਈਕਲ ਹੈ, ਇੱਕ ਆਪਣੇ ਕੋਲ ਨੈਗੇਟਿਵ ਸਾਈਕਲ ਹੈ। ਤਾਂ ਇਹਦੇ ਵਿੱਚ ਜੋ ਆਪਾਂ ਸਭ ਤੋਂ ਜ਼ਿਆਦਾ ਵੈਲਿਊ ਪ੍ਰਾਪਤ ਕਰਦੇ ਆ ਉਸ ਨੂੰ ਕੀ ਕਹਿੰਦੇ ਹਨ? ਐਵਰੇਜ ਵੈਲਿਊ, ਪੀਕ ਵੈਲਿਊ, ਆਰਐਮਐਸ ਵੈਲਿਊ, ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤੇ ਦੇਖੋ ਇੱਥੇ ਸਭ ਤੋਂ ਜ਼ਿਆਦਾ ਵੈਲਿਊ ਕਿੱਥੇ ਆ ਰਹੀ ਹੈ? ਇੱਥੇ ਆ ਰਹੀ ਵੈਲਿਊ, ਇਹ ਪੋਜ਼ਿਟਿਵ ਦੀ ਹੈ ਤੇ ਇਹ ਨੈਗੇਟਿਵ ਦੀ ਹੈ। ਠੀਕ ਹੈ, ਤਾਂ ਇੱਕ ਵਾਰ ਆਪਣੀ ਸਭ ਤੋਂ ਜ਼ਿਆਦਾ ਵੈਲਿਊ ਆਉਂਦੀ ਹੈ ਉਹਨੂੰ ਆਪਾਂ ਕੀ ਕਹਿੰਦੇ ਆ? ਪੀਕ ਵੈਲਿਊ ਕਹਿੰਦੇ ਆ, ਪੀਕ ਵੈਲਿਊ। ਠੀਕ ਹੈ, ਤਾਂ ਰਾਈਟ ਆਂਸਰ ਹੋਏਗਾ ਪੀਕ ਵੈਲਿਊ।